ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼ ਸਵੇਰ ਸਮੇਂ ਸੰਗਤ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ। ਅਜੇ ਹੁਣੇ ਆਪ ਜੀ ਨੇ ਅੱਜ ਦਾ ਪਵਿੱਤਰ ਪਾਵਨ ਗੁਰਬਚਨ ਗੁਰਵਾਕ ਅਤੇ ਨਾਲ ਹੀ ਮਘਰ ਮਹੀਨੇ ਦੇ ਸਿਰਨਾਵੇਂ ਨਾਲ 12ਵਾਂ ਰਚਨਾ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਸਰਵਨ ਕੀਤਾ ਹੈ। ਅਗਲੇਰਾ ਸਮਾਂ ਗੁਰਬਾਣੀ ਵਿਵੇਚਨਾ ਦਾ ਹੈ। ਸਵਾਓ ਆਪ ਜੀ ਨੇ ਪਾਠ ਸਰੂਪ ਸਰਵਨ ਕਰ ਲਿਆ ਹੈ। ਬਣਦੇ ਸਮੇਂ ਵਿੱਚ ਜਿਵੇਂ ਟਾਈਮ ਅਲਾਉ ਕਰੇਗਾ ਉਹਦੇ ਅਕੋਰਡਿੰਗਲੀ ਅਸੀਂ ਇਹਨਾਂ ਪਾਵਨ ਬਚਨਾਂ ਦੀ ਸੰਦੇਸ਼ਤਾ ਇਹਨਾਂ ਪਾਵਨ ਬਚਨਾਂ ਦੇ ਵਿੱਚ ਜੋ ਸਿੱਖਿਆ ਹੈ ਉਸ ਨੂੰ ਵਿਚਾਰਾਤਮਕ ਪੱਖ ਦੇ ਨਾਲ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਖਾਕਸਾਰ ਦੁਆਰਾ ਬੁਲਾਈ ਗਈ ਫਤਿਹ ਆਪ ਸਭ ਨੂੰ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਵਾਕ ਹੁਕਮਨਾਮੇ ਦੇ ਰੂਪ ਵਿੱਚ ਮਿਲ ਰਿਹਾ ਹੈ, ਇਹ ਸੂਹੀ ਕੀ ਵਾਰ ਮਹਲ ਤੀਜੇ ਕੀ ਇਸ ਦਾ ਹਿੱਸਾ ਹੈ। 2 ਸ਼ਲੋਕ ਤੇ ਇੱਕ ਪੌੜੀ ਦੇ ਰੂਪ ਵਿੱਚ ਪਾਵਨ ਬਚਨ ਹੈ। ਕਿਉਂਕਿ ਵਾਰ ਦਾ ਸਿਰਨਾਵਾ ਮਹਲਾ ਤੀਜਾ ਹੈ, ਦੈਨ ਡੈਫੀਨੇਟਲੀ ਜੋ ਪੌੜੀ ਹੈ ਉਹ ਗੁਰੂ ਅਮਰਦਾਸ ਸਾਹਿਬ ਦੀ ਉਚਾਰਨ ਕੀਤੀ ਗਈ ਹੈ। ਪਹਿਲੇ ਸ਼ਲੋਕ ਤੋਂ ਅਸੀਂ ਵਿਚਾਰ ਪ੍ਰਾਰੰਭ ਕਰਦੇ ਹਾਂ। ਇਹ ਸ਼ਲੋਕ ਮਹਲ ਦੂਜੇ ਦਾ ਆ। ਮੁਰਾਦ ਗੁਰੂ ਅੰਗਦ ਪਾਤਸ਼ਾਹ ਦੂਸਰੇ ਨਾਨਕ ਇਸ ਬਚਨ ਨੂੰ ਉਚਾਰ ਰਹੇ ਨੇ। ਸ਼ਲੋਕ ਮਹਲਾ ਦੂਜਾ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤ ਨ ਆਵਹੀ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। There's a saying in English language, people usually say, devotion comes after dedication. ਜਿਹੜੀ ਭਗਤੀ ਭਾਵ ਆ ਇਸ ਸਮਰਪਣ ਵਿੱਚੋਂ ਨਿਕਲਦਾ ਆ। ਜਿੱਥੇ ਸਮਰਪਣ ਨਹੀਂ ਉੱਥੇ ਭਗਤੀ ਵੀ ਨਹੀਂ। ਜੋ ਇਹ ਵਾਕ ਹੈ ਸਮਰਪਣ ਦਾ ਭਾਵ ਆ। ਇਸ ਤਰ੍ਹਾਂ ਜਾਣੋ ਕਿ ਆਪਣੇ ਆਪ ਨੂੰ, ਜਿਵੇਂ ਗੁਰੂ ਅਮਰਦਾਸ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ ਆਨੰਦ ਸਾਹਿਬ ਦੇ ਵਿੱਚ, ਆਨੰਦ ਮੀਨ pleasure, and we are all seeking the higher pleasure in our lives all the time. Some sort of comfort, some sort of happiness we are looking in our lives, and Baba Ji giving us map, path and guidance in that, but specifically Bani Anand Sahib। ਜਿਵੇਂ ਅਸੀਂ ਬਚਨ ਪੜ੍ਹੀਏ ਤੇ ਮਹਾਰਾਜ ਕਹਿੰਦੇ ਨੇ, ਆਓ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਆਓ ਇੱਕ ਐਸੀ ਕਹਾਣੀ ਕਹੀਏ ਜੋ ਕਹੀ ਨਹੀਂ ਜਾ ਸਕਦੀ, ਜੋ ਬੋਲੀ ਨਹੀਂ ਜਾ ਸਕਦੀ, ਜੋ ਬਿਆਨ ਅਕਥ ਹੈ, ਬਿਯੋਂਡ ਐਕਸਪਲੇਨੇਸ਼ਨ ਆ, ਬਿਯੋਂਡ ਐਨੀ ਡਿਸਕ੍ਰਿਪਸ਼ਨ ਆ। ਪਰ ਬਾਬਾ ਜੀ ਤੁਸੀਂ ਤੇ ਕਹਿ ਰਹੇ ਹੋ, ਮਹਾਰਾਜ ਕਹਿੰਦੇ ਹਾਂ ਇਹੋ ਹੀ ਤੇ ਹੈ ਉਹ ਕਹਾਣੀ ਜਿਹੜੀ ਅਜੇ ਤੱਕ ਅਕਥ ਹੈ ਸਾਡੇ ਲਈ। ਆਓ ਉਹਨੂੰ ਕਹੀਏ। ਆਓ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਉਸ ਅਕਥ ਨੂੰ ਕਿਵੇਂ ਪ੍ਰਾਪਤ ਕਰੀਏ? ਅਕਥ ਨਾ ਹੈ ਰੱਬ ਦਾ, ਅਕਥ ਨਾ ਹੈ ਖੁਸ਼ੀ ਦਾ, ਅਕਥ ਨਾ ਹੈ ਆਨੰਦ ਦਾ, ਅਕਥ ਨਾ ਹੈ ਜੀਵਨ ਦੀ ਅਲਟੀਮੇਟ ਹੈਪੀਨੈਸ ਦਾ, ਅਕਥ ਨਾ ਹੈ ਜੀਵਨ ਦੇ ਵਿੱਚ ਉਸ ਮਰਹਲੇ ਦਾ ਜਿਸ ਨੂੰ ਅਸੀਂ ਇਸ ਜੀਵਨ ਵਿੱਚ ਮਾਨਣ ਵਾਸਤੇ ਆਏ ਹਾਂ। some sort of threshold we really want to touch in our lives। ਬਾਬਾ ਜੀ ਬਿਆਨ ਕਰਦੇ, ਆਓ ਉਹਦੀ ਬਾਤ ਕਰੀਏ ਕਿਤ ਦੁਆਰੇ ਪਾਈ ਹੈ। ਮਹਾਰਾਜ ਕਿਵੇਂ ਪਾਈ ਹੈ? ਸਭ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ। ਡੈਡੀਕੇਸ਼ਨ, ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪਣੇ ਗੁਰੂ ਨੂੰ ਸਮਰਪਿਤ ਹੋ ਜਾਣਾ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈ ਹੈ। ਫਿਰ ਇਹ ਤਰੀਕਾ ਉਹਦੇ ਹੁਕਮ ਨੂੰ, ਉਹਦੀ ਕਹਿ ਲਓ ਕਿ ਆਪਣੇ ਆਪ ਨੂੰ ਸਪੁਰਦ ਕਰ ਦੇਣਾ, ਜਿਹਦੇ ਅਕੋਰਡਿੰਗਲੀ ਅਸੀਂ ਆਪਣੀ ਪੂਰੀ ਲਾਈਫ
ਜਿਹੜੀ ਹੈ ਸ਼ੇਪ ਕਰ ਦਈਏ, ਉਸ ਨੂੰ ਉਸ ਰੂਪ ਲੈਵਲ 'ਤੇ ਉਸ ਤਰੀਕੇ ਦੇ ਨਾਲ ਉਸ ਨੂੰ ਟਰਾਂਸਫਰ ਕਰ ਲਈਏ। ਬਾਬਾ ਜੀ ਜੋ ਇਹ ਬਾਤ ਕਰ ਰਹੇ ਨੇ, ਇਸ ਦਾ ਮੌਲਿਕ ਰੂਪ ਵਿੱਚ ਪ੍ਰੈਕਟੀਕਲ ਸਾਈਡ ਤੋਂ ਦੇਖਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਇਹ ਬਚਨ ਹੈ, ਕਿਸੇ ਹੀ ਕੋਈ ਕੋਏ ਮੰਝ ਨੇ ਮਾਣੀ ਇੱਕ ਤੂੰ। ਕਿਸੇ ਦਾ ਕੋਈ ਨਾ ਕੋਈ ਸਹਾਰਾ ਹੈ ਸੰਸਾਰ ਦੇ ਵਿੱਚ, ਕਿਸੇ ਦਾ ਕੁਝ ਆ, ਕਿਸੇ ਦਾ ਕੁਝ ਆ। ਇਹਦਾ ਮਤਲਬ ਵੀ ਇਹ ਜਾਣੋ, ਅਸੀਂ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੋ ਕੇ ਆਪਣੇ ਜੀਵਨ ਨੂੰ ਸੇਧ ਦਿੰਦੇ ਹਾਂ, ਸ਼ੇਪ ਦਿੰਦੇ ਹਾਂ। ਹੁਣ ਇਸ ਤਰ੍ਹਾਂ ਜਾਣੀਏ, ਤਨ ਮਨ ਧਨ। ਧਨ ਸਾਡੇ ਕੋਲ ਜਿਹੜੇ ਸਾਡੇ ਐਸਟਸ ਹੈਗੇ ਨੇ, ਤੇ ਅਸੀਂ ਆਪਣੇ ਐਸਟਸ ਕਿਤੇ ਨਾ ਕਿਤੇ ਤੇ ਲਗਾਉਂਦੇ ਹੀ ਹਾਂ। ਹੁਣ ਬਹੁਤ ਸਿੰਪਲ ਕਰਾਂ, ਤੇ ਜੇ ਕਿਸੇ ਨੇ ਸ਼ਰਾਬ ਪੀਣੀ ਹੈ, ਉਹਦੇ ਵਾਸਤੇ ਵੀ ਉਸ ਨੂੰ ਪੇਮੈਂਟ ਕਰਨੀ ਪਏਗੀ। ਤੇ ਜੇ ਕਿਸੇ ਨੇ ਕੋਈ ਚੰਗੀ ਕਿਤਾਬ ਖਰੀਦ ਕੇ ਪੜ੍ਹਨੀ ਹੈ, ਪੋਥੀ ਸਾਹਿਬ ਲੈ ਕੇ ਆਉਣਾ ਹੈ, ਉਹਦੇ ਲਈ ਵੀ ਕੁਝ ਪੇ ਕਰਨਾ ਪਏਗਾ। ਧਨ ਤੇ ਖਰਚ ਹੋਏਗਾ ਜ਼ਰੂਰ, ਪਰ ਜ਼ਰੂਰ ਇਹ ਡਿਪੈਂਡ ਕਰਦਾ ਹੈ ਉਹ ਧਨ ਕਿਸ ਚੀਜ਼ ਨੂੰ ਸਮਰਪਿਤ ਹੋ ਕੇ ਖਰਚ ਰਹੇ ਹੋ। ਉਹਨੂੰ ਜੀਵਨ ਇਹ ਆਪਣੇ ਆ, ਇਹਦੇ ਅੰਦਰ ਆਪ ਅਕਸਰ ਚੋਇਸਿਸ ਬਣਦੀਆਂ ਹੋਈਆਂ ਦੇਖਦੇ ਹੋ। ਜਿੱਥੇ ਆਪਾਂ ਧਨ ਖਰਚਦੇ ਹਾਂ, ਉਹਦਾ ਰਿਜ਼ਲਟ ਵੀ ਅਲਟੀਮੇਟਲੀ ਪ੍ਰਾਪਤ ਹੁੰਦਾ ਆ। ਫਿਰ ਜਿਵੇਂ ਸਪੋਜ਼ ਕਰੋ, ਜਿਹੜੇ ਮਾਪੇ ਆਪਣੇ ਬੱਚਿਆਂ ਦੇ ਉੱਤੇ ਧਨ ਖਰਚਦੇ ਨੇ ਵਿਦਿਆ ਪ੍ਰਾਪਤੀ ਵਾਸਤੇ, ਨਾ ਕਿ ਜਸਟ ਉਹਨਾਂ ਨੂੰ ਸਕਿਲਡ ਲੈਵਲ 'ਤੇ ਟ੍ਰੇਨਡ ਕਰਨ ਲਈ, ਬਲਕਿ ਜੀਵਨ ਵਿੱਚ ਇੱਕ ਚੰਗੇਰੇ ਇਨਸਾਨ ਬਣਨ ਲਈ ਰਿਕ੍ਰੀਏਸ਼ਨਲ ਐਕਟੀਵਿਟੀਜ਼ ਵਿੱਚ ਪਾਉਂਦੇ ਨੇ, ਸਮ ਸੋਰਟ ਆਫ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨ ਵਾਸਤੇ ਇਨਵੈਸਟਮੈਂਟ ਕਰਦੇ ਨੇ। ਅਤੇ ਇੱਥੇ ਇਹਨਾਂ ਮੁਲਕਾਂ 'ਤੇ ਕਿਹਾ ਜਾਂਦਾ ਵੀ ਟਾਈਮ ਇਜ਼ ਆਲਸੋ ਮਨੀ। ਮੈਂ ਤਾਂ ਕਈ ਵਾਰੀ ਕਹਿੰਦਾ ਕਿ ਟਾਈਮ ਇਜ਼ ਬਿਯੋਂਡ ਦਾ ਮਨੀ, ਟਾਈਮ ਇਜ਼ ਐਕਚੁਅਲੀ precious, but still if we are having this sort of idea that time is money, then definitely people spend their times with their kids. ਸੋ ਸਾਰਾ ਕੁਝ ਧਨ ਸਮਰਪਿਤ ਕਰਨ ਦੇ ਨੁਮਾਇੰਦ ਕਹਿ ਲਓ, ਤੇ ਉਹਦਾ ਫਿਰ ਅਲਟੀਮੇਟ ਰਿਜ਼ਲਟ ਵੀ ਕਿਤੇ ਨਾ ਕਿਤੇ ਪ੍ਰਾਪਤ ਹੁੰਦਾ ਆ। ਇਨ ਬਿਨ ਤਨ ਤੇ ਮਨ ਦੇ ਸਮਰਪਣ ਦੀ ਗੱਲ ਵੀ ਕੀਤੀ ਜਾਏ, ਜੇ ਤਨ ਆਪਣੇ ਆਪ ਦੀ ਸਾਂਭ ਸੰਭਾਲ ਵਾਸਤੇ, ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਵਾਸਤੇ ਸਮਰਪਿਤ ਆ, ਉਹਦਾ ਰਿਜ਼ਲਟ ਵੀ ਉਹਨੂੰ ਮਿਲੇਗਾ, ਅਰੋਗਤਾ ਮਿਲੇਗੀ। ਇਹਦੇ ਤਨ ਦਾ ਜਿਹੜੀ ਇਹਦੀ ਹੋਂਦ ਆ, ਇਹ ਲਮੇਰੀ ਹੋ ਸਕੇਗੀ, ਇਹਦੀ ਹੋਂਦ ਵਿੱਚ ਤਕਲੀਫ ਘਟੇਗੀ, ਇਹਦੇ ਅੰਦਰ ਤੁਸੀਂ ਜ਼ਿਆਦਾ ਆਪਣੀ ਐਨਰਜੀ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰ ਸਕੋਗੇ। ਇਨ ਬਿਨ ਮਨ ਦਾ ਸਮਰਪਣ ਵੀ ਹੈ। ਜਿਸ ਪਾਸੇ ਮਨ ਸਮਰਪਿਤ ਹੋਏਗਾ, ਉਸ ਚੀਜ਼ ਨੂੰ ਵਾਰ-ਵਾਰ ਯਾਦ ਕਰੇਗਾ, ਉਹਦੀ ਰੈਪੀਟੀਸ਼ਨ ਹੋਏਗੀ, ਉਹਦੀ ਵਾਰ-ਵਾਰ ਜ਼ਿਕਰ-ਏ-ਆਬਤਾ ਹੋਏਗੀ, ਉਹ ਸਿਮਰਨ ਬਣ ਜਾਏਗਾ ਸਾਡਾ। ਸੋ ਗੁਰੂ ਬਾਬਾ ਜੀ ਕਹਿੰਦੇ, ਸਮਰਪਿਤ ਹੋ ਆਪਣੇ ਆਪ ਦੇ ਵਿੱਚ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਹੁਕਮ ਮੰਨਿਆ ਪਾਈ ਹੈ, ਤੇ ਹੁਕਮ ਮੰਨ। ਫਿਰ ਉਹਦਾ ਹੁਕਮ ਇਸ ਤਰ੍ਹਾਂ ਹੀ ਜਾਣੋ ਕਿ ਅਕਸਰ ਬੰਦਾ ਕਹਿੰਦਾ ਕਿ ਪਤਾ ਕਿਵੇਂ ਲੱਗੇਗਾ ਕਿ ਕੀ ਹੈ ਗੁਰੂ ਦਾ ਹੁਕਮ ਜਾਂ ਰੱਬ ਦਾ ਹੁਕਮ। ਗੁਰੂ ਸਾਹਿਬ ਨੇ ਬੜਾ ਸਰਲ ਵੀ ਕੀਤਾ ਬਾਣੀ ਦੇ ਵਿੱਚ। ਇਹ ਹੁਕਮ ਹੀ ਹੈ, ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਪਲਕੇ ਉਠਾਰ ਨਾਮ ਤੇ ਆਵੇ। ਜਿਹੜਾ ਗੁਰੂ ਕਾ ਸਿੱਖ ਆ, ਭਾਈ ਸਮੇਂ ਨਾਲ ਉੱਠੇ, ਨਾਮ ਜਪੇ, ਆਪਣੇ ਆਪ ਇਹਦੀ ਸੰਭਾਲ ਕਰੇ। ਸਾਡੇ ਲਈ ਹੁਕਮ ਹੈ, ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸਾਡੇ ਲਈ ਹੁਕਮ ਹੈ, ਹੱਕ ਫਰਾਇਆ ਨਾਨਕਾ ਉਸ ਸੂਰ ਸੁਗਾਏ ਗੁਰਬੀ ਰਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਸਾਡੇ ਲਈ ਹੁਕਮ ਹੈ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦ ਕਾ ਨਰਕ ਹੈ ਕੋਰ ਪਵਨ। ਇਹ ਹੁਕਮ ਹੀ ਹੈ ਸਾਰਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆਂ ਮਨ ਮੈਂ ਚਲਾਂ ਵਿਕਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਆਂ ਮਨ ਮੈਂ ਚਲਾਂ ਵਿਕਾਰ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਹਰ ਰੂਪ ਦੇ ਵਿੱਚ। ਮਤਲਬ ਇਹ ਕਿ ਇਹ ਸਾਰਾ ਇਸ ਤਰ੍ਹਾਂ ਦਾ ਹੁਕਮ ਜਿਹੜਾ ਆ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਹੁਕਮ ਮੰਨਿਆ ਪਾਈ ਹੈ। ਗੁਰੂ ਅੰਗਦ ਸਾਹਿਬ ਦਾ ਬਚਨ ਹੈ, ਜਿਹੜਾ ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੀ ਮੰਨਿਆ। ਜਦੋਂ ਜੀਵਨ ਆਪਣਾ ਲੈ ਕੇ ਆਏ ਗੁਰੂ ਦੇ ਕੋਲ ਭਾਈ ਲਹਿਣੇ ਦੇ ਰੂਪ ਦੇ ਵਿੱਚ, ਤੇ ਮਹਿਸੂਸ ਹੋ ਗਿਆ ਜਿਸ ਡੈਸਟਨੀ ਨੂੰ ਲੱਭ ਰਿਹਾ ਸੀਗਾ, ਜਿਸ ਅਕੀਦੀ ਮੰਜ਼ਿਲੇ ਮਕਸੂਦ ਦੀ ਖਾਸ਼ ਸੀਗੀ, ਅੱਜ ਮਿਲ ਗਈ, ਉਹ ਪ੍ਰਾਪਤ ਹੋ ਗਈ ਹੈ। ਸੋ ਉੱਥੇ ਜਾ ਕੇ ਫਿਰ
गुरु के बचनों ते पहरा दिता, गुरु के हुक्म ते पहरा दिता। जिन्हों असीं वाक पढ़ते हैं, जो गुर कहे सोई पल मानो, हर हर कथा निराली। आप अकथ की करें कहानी की गल की सी, है तो साडी कहानी है, जीवन सारा एक कहानी हुंदा है। वो कई बार बंदा कहता कहानी बिगड़ गई है, कई बार कहता भी कहानी संभल गई है कहानी है सारी है। कहानी बिगड़ती तो सानू पता लगे तो कहानी बिगड़ रही है, अपने आप तो ही बिगड़ती है कहानी। असी अपने कर्मां, अमलों, सोचां, ख्यालों, बोलों, बचना, इन्हां सब दे नाल संसार विच अपनी कहानी कहने। जिवें जिवें इन्हां सब चीज़ां दे विच अनुशासन घटदा आया, डिसिपलिन घटदा आया, इहदे अंदर जिहड़ी विजडम आ, वाइजर लैवल आ, लो हुंदा आ, सानू पता लगदा कहानी बिगड़ रही है। जिथे विजडम वधदी है, कहानी बननी शुरू हो जाती है। जिथे डिसिपलिन वधदा आ, कहानी एक अगले पड़ाव ते आउंदी है। सो ये रूप आ गुरु अंगद पातशाह लैणे दे रूप विच आए गुरु नानक साहब दे कोल, ते गुरु नानक साहब दे कोल आके पता लगा, हाँ इत्थे जीवन की कहानी बनेगी। इत्थे मैनू पता लग रहा है कि मैं सही डायरैक्शन वाले पासे तुरांगा। फिर गुरु बाबा जी कोलों अपने जीवन नूं सवारन की कहानी सीखनी शुरू की। ते कहानी सीखी समर्पण दे नाल। समर्पित होने तो बिना बात नहीं बनती। तो ये सच आ, असी सारे संसारी लोग समर्पित हाँ किसी ना किसी चीज़ नूं, भावें डुअलिटी नूं ही होई है, दुचिती नूं भी लोग समर्पित होकर चलते हैं। दुविधा, फैसला ही नहीं लेना कोई, हर वक्त डुअलिटी च ही रहना है, सज्जे जाना है, खब्बे जाना है, वेट ही करी जानी है। प्रोकास्टिनेशन is a worse human tendency and we are all almost victim of it। ਅਸੀਂ ਸਾਰੇ प्रोकास्टिनेशन ही हो रही जीवन भर दे विच। जो करना है उसनों पोस्टपोन करी जाना है, जो नहीं करना वो अपने आप हो ही जा रहा है। अजीब हालत है। जिवें आपां किसी खेत खलिहान दे कोई चंगा बीज बीजना होए ना, तो आप वेट करीजिए, कोई ना बीज लांगे। हालांकि साहब महाराज बयान कर दे कि अब कलू आयो रे, एक नाम बोवो बोवो, आन रुत नाही नाही मत भरम भूलो। हुण वत्तर बीजण नाम, हुण भाई वत्तर दा समा आ, हुण इहनूं अजाई ना गवा, हुण तूं इस चीज़ नूं इस्तेमाल कर सही रूप दे विच। तो बंदा कहे कोई ना बीज लांगे, अजे किहड़ा काली पई है, अजे समा है, रुत है, जीवन चल रहा है। पर अल्टीमेटली हुंदा की है, किसान वेट करी जाए। मदर नेचर के ला दे विच वेट थोड़ा हुंदी है। किसान खेत नहीं वाएगा, नहीं बीजेगा तो कोई गल नहीं, अपने आप पैसे सुकने शुरू हो जाएंगे, घाह उगना शुरू हो जाएगा। डुअलिटी यही करती है। असी डिसीजन ना लईए, असी फैसला ना लईए, असी जीवन को सुधारने वास्ते कोई कर्म या कोई एफर्ट ना पाइए, कोई गल नहीं। जिहड़ा अनडिसिप्लिनड ट्रेड्स ने, लाइफ स्टाइल आ, दैट्स गोना एक्चुअली वो पूरी तरह डोमीनेट कर जाएगा। सो ये भी चीज़ आ, बंदा दूजिती नूं समर्पित होया दुविधा दे विच, ते उहदे च चलदा होया ही फिर जो चीज़ां भुगत रहा, जो चीज़ां आ रही, फिर पता ही नहीं लग रहा भी हो क्यों रहा आ। हर वक्त गलत चॉइस ही क्यों विनर हो जाती मेरे जीवन दे विच? भाई इस करके होंदी है क्योंकि सही सोच वास्ते फैसला ही नहीं लै पा रहा, तो सही पासे जाण दी तेरे च हिम्मत ही नहीं, शक्ति नहीं रह गई। जो बंदा बहुत कमज़ोर होए, बंदा कहे भी यू नो आई एम डन, आई कैन नॉट मेक डिसीजन, गुड डिसीजन एट ऑल, एंड बाय माई सेल्फ it's not possible. Then Guru Sahib shows us a path. That path says कि कबीर सतगुरु सूर में बाह्या बाण जो एक, फिर एक कम करो सतगुरु सूरमे को आ जाओ। तो सूरमा बड़ा बेअंत है, वो फिर देर लांदे नहीं, परवाह करते ही नहीं गा। वो तो बस ऐसा वाणी का बाण चलाउंदा है, ऐसा बचन, ऐसा संदेश
बस परो के लै जाता है। भाई लहणा जी भी ਜਦੋਂ ਆਏ ਗੁਰੂ ਨਾਨਕ ਸਾਹਿਬ ਦੇ ਕੋਲ ਤੇ ਆਏ ਤੇ ਵਿਜ਼ਿਟ ਕਰਨ ਵਾਸਤੇ ਹੀ ਸੀਗੇ, ਜਾ ਰਹੇ ਸੀ ਅਗਾਂਹ ਕਿਤੇ ਆਪਣੀ ਆਸਥਾ ਮੁਤਾਬਕ ਜਵਾਲਾ ਦੇਵੀ ਦੇ ਮੰਦਰਾਂ ਵਾਸਤੇ, ਤੇ ਨਾਲ ਪਿੰਡ ਗਿਰਾਂ ਤੋਂ ਲੋਕ ਸਾਰੇ ਇਕੱਠੇ ਕੀਤੇ ਸੀਗੇ, ਇੱਕ ਜਥਾ ਲੈ ਕੇ ਪੂਰਾ ਦਾ ਪੂਰਾ, ਤੇ ਰਾਵੀ ਦੇ ਕੰਢੇ ਠਹਿਰਾ ਕੇ ਉਹਨਾਂ ਨੂੰ ਆਪ ਘੋੜੀ ਨੂੰ ਅੱਡੀ ਲਾਈ, ਤੇ ਸੁਣਿਆ ਸੀਗਾ ਭਾਈ ਜੋਧ ਤੋਂ, ਬੀਬੀ ਸਤਵਿਰਾਈ ਤੋਂ, ਜੋ ਕਿ ਮੂੰਹ ਬੋਲੀ ਭੈਣ ਸੀ ਇਹਨਾਂ ਦੇ, ਤੇ ਕੈਲੀਬਰ ਬੜਾ ਕਮਾਲ ਦਾ ਸੀ ਗੁਰੂ ਅੰਗਦ ਸਾਹਿਬ ਦਾ। ਮਤਲਬ ਉਸ ਵਕਤ ਲੈਂਗੁਇਸਟਿਕ ਸਾਈਡ ਤੋਂ ਲੰਡਿਆਂ ਦੇ ਇਹ ਬੜੇ ਵੱਡੇ ਸਕਾਲਰ ਸੀਗੇ, ਮਾਹਰ ਸੀਗੇ ਲੈਂਗੁਇਸਟਿਕ ਭਾਸ਼ਾ ਦੇ। ਜਿਹੜੀ ਅੱਜ ਗੁਰਮੁਖੀ ਅਸੀਂ ਪੜ੍ਹਦੇ ਹਾਂ ਸਾਰੀ ਨੂੰ ਨਵੀਂ ਮੋਡੀਫਿਕੇਸ਼ਨ ਕਰਕੇ ਪੂਰੀ ਸ਼ੇਪ ਦੇ ਕੇ ਇੱਕ ਨਵੀਂ ਭਾਸ਼ਾ ਦੇ ਤੌਰ 'ਤੇ ਖੜਾ ਕਰਨਾ ਗੁਰੂ ਅੰਗਦ ਸਾਹਿਬ ਦਾ ਕਾਰਜ ਹੈ। ਉਸ ਤੋਂ ਪਹਿਲਾਂ ਇਹ ਬੋਲੀ ਦੇ ਰੂਪ ਵਿੱਚ ਭਾਸ਼ਾ ਸੀਗੀ ਨੋ ਡਾਊਟ, ਪਰ ਇਹਦਾ ਲਿਖਣ ਪਰਿਪੇਖ ਕਲੀਅਰ ਨਹੀਂ ਸੀਗਾ। ਕੁਝ ਲੰਡਿਆਂ 'ਚ ਲਿਖਦੇ ਸੀ, ਕੁਝ ਸ਼ਾਹਮੁਖੀ 'ਚ ਲਿਖਦੇ ਸੀ। ਇਹਦਾ ਆਪਣਾ ਕੋਈ ਆਰਡੀਨਰੀ, ਆਪਣਾ ਕੋਈ ਪੱਕਾ ਰੰਗ ਨਹੀਂ ਸੀਗਾ। ਇਹ ਗੁਰੂ ਅੰਗਦ ਸਾਹਿਬ ਨੇ ਸਿਰਜਿਆ ਇਸ ਰੂਪ ਦੇ ਵਿੱਚ 35 ਅੱਖਰੀ ਐਨ ਬਿਲਕੁਲ ਪੂਰੀ ਭਾਸ਼ਾ ਬਣਾਤੀ ਕੰਪਲੀਟ। ਫਿਰ ਇਕੱਲਾ ਇਹ ਨਹੀਂਗਾ, ਐਜੂਕੇਸ਼ਨ ਦੇ ਖੇਤਰ 'ਚ ਬੜਾ ਕੰਮ ਕੀਤਾ ਭਾਸ਼ਾਈ ਪੱਖ, ਕਿਉਂਕਿ ਸ਼ਬਦ ਗੁਰੂ ਤੱਕ ਲੈ ਕੇ ਜਾਣਾ ਹੈ। ਜਿਨ੍ਹਾਂ ਵਾਸਤੇ ਕਾਲਾ ਅੱਖਰ ਭੈਂਸ ਬਰਾਬਰ ਆ, ਉਹਨਾਂ ਨੂੰ ਪਤਾ ਹੀ ਨਹੀਂ ਅੱਖਰ ਹੁੰਦਾ ਕੀ ਹੈ। ਅਜੇ ਤੱਕ ਵੀ ਤੁਸੀਂ ਦੇਖੋਗੇ ਕਈ ਵਾਰ ਸਾਡੇ ਬਜ਼ੁਰਗਾਂ ਦੇ ਵਿੱਚ ਇੱਕ ਐਕਸਰਸਾਈਜ਼ ਹੁੰਦੀ ਹੈ ਕਿ ਗ੍ਰੰਥੀ ਸਾਹਿਬ ਹੁਕਮਨਾਮਾ ਲੈਣ ਤੇ ਇਸ ਤਰੀਕੇ ਨਾਲ ਪੋਥੀ ਸਾਹਿਬ ਨੂੰ ਖੋਲ੍ਹਣ, ਤੇ ਪਿੱਛੇ ਆ ਕੇ ਕੁਝ ਲੋਕ ਖੜ੍ਹ ਜਾਂਦੇ ਨੇ ਐਵੇਂ ਵੇਖਣ ਵਾਸਤੇ, ਤੇ ਜੋ ਕਹਿੰਦਾ ਵੀ ਕਿਉਂ ਕਰਦੇ ਹੋ, ਕਹਿੰਦੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਹਾਲਾਂਕਿ ਰਹਿਤਨਾਮੇ 'ਚ ਲਿਖਿਆ ਮਨ ਮਤ ਹੈ, ਐਵੇਂ ਨਹੀਂ ਕਰਨਾ। ਮਹਾਰਾਜ ਦੇ ਦਰਸ਼ਨ ਗੁਰੂ ਨਾਨਕ ਜੀ ਨੂੰ ਸੁਣਿਆ ਸ਼ਬਦ ਜਦੋਂ ਪੜ੍ਹਿਆ ਜਾਇਆ, ਗਾਇਆ ਜਾਏ, ਉਦੋਂ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਇਹ ਦਰਸ਼ਨ ਕੰਨ ਨਾਲ ਕਰਨਾ, ਬੈਠਣਾ ਸੁਣਨਾ ਆਰਾਮ ਨਾਲ। ਕਿਉਂਕਿ ਸਾਰੇ ਪਿੱਛੇ ਲੱਗ ਲੱਗ ਕੇ ਐਵੇਂ ਭੀੜਾਂ ਲਾ ਲੈਣਗੇ, ਸੰਗਤ ਦਾ ਮਾਹੌਲ ਥੋੜ੍ਹਾ ਬਣੇਗਾ। ਸੰਗਤ ਦਾ ਮਾਹੌਲ ਤੇ ਸਾਵਧਾਨ ਇਕਾਗਰ ਚੀਤ ਹੈ, ਕਾਂਗਰੀਗੇਸ਼ਨ ਇਹਨੂੰ ਕਹਿੰਦੇ ਨੇ। ਤੇ ਗੁਰੂ ਜੀ ਬਾਬਾ ਜੀ ਨੇ ਕਿਹਾ ਵੀ ਸੀਗਾ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਕਿਉਂਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵੱਡੇ ਦੀਆਂ ਵਡਿਆਈਆਂ ਤੇ ਵਿਚਾਰਾਂ ਦੇ ਹੀ ਉਸ ਝਰਨੇ 'ਚੋਂ ਝੜ ਕੇ ਅੰਦਰ ਆਉਂਦੀਆਂ ਨੇ, ਜਿਸ ਰੂਪ ਵਿੱਚ ਕੀਤੀ ਜਾਏ। ਪਰ ਹਾਂ, ਇਹ ਐਕਸਰਸਾਈਜ਼ ਰਹੀ, ਇਹ ਸਾਡੇ ਪਿਛੋਕੜ ਵਿੱਚੋਂ ਆਉਂਦੀ ਹੈ। ਜਦੋਂ ਕੋਈ ਕਹਿੰਦਾ ਸੀਗਾ ਕਿ ਅੱਛਾ ਗੁਰੂ ਸਾਹਿਬ ਪੋਥੀ ਸਾਹਿਬ ਦੇ 'ਚ ਬਾਣੀ ਲਿਖਦੇ ਨੇ ਤੇ ਪੋਥੀ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਹਾਂ, ਤੇ ਜਿਨ੍ਹਾਂ ਨੇ ਪੋਥੀ ਕਦੀ ਦੇਖੀ ਨਹੀਂ ਸੀਗੀ, ਉਹਨੂੰ ਪਤਾ ਹੀ ਨਹੀਂ ਸੀ ਅੱਖਰ ਲਿਖਿਆ ਕਿਵੇਂ ਜਾਂਦਾ ਆ। ਈਵਨ ਰਿਸੋਰਸਿਸ ਕਿੱਥੇ ਹੁੰਦੇ ਸੀ, ਸੋਰਸਿਸ ਹੀ ਨਹੀਂ ਸੀ ਹੈਗੇ ਲੋਕਾਂ ਦੇ ਕੋਲ। ਤੇ ਜੇ ਆਪਾਂ ਹਿਸਟੋਰੀਕਲੀ ਦੇਖਦੇ ਹਾਂ ਤੇ ਜ਼ਮੀਨ ਤੇ ਜਿਹੜੀ ਜ਼ਮੀਨ ਡਾਢੀ ਜ਼ਮੀਨ ਹੁੰਦੀ ਸੀ, ਖਾਸ ਕਰਕੇ ਗੱਚ ਜਿਹਨੂੰ ਕਲੇ ਕਹਿ ਲਓ, ਬਾਅਦ ਦੇ ਵਿੱਚ ਇਹਦੇ 'ਚੋਂ ਫਿਰ ਕੁਝ ਇਨਵੈਂਸ਼ਨ ਐਵੇਂ ਦੀ ਵੀ ਆਈ, ਜਿਵੇਂ ਅਸੀਂ ਜਿਹੜੀ ਹੈਗੀ ਹੈ ਲੱਕੜ ਦੀ ਫੱਟੀ ਇਸ ਤਰੀਕੇ ਨਾਲ ਬਣਾ ਲੈਣੀ, ਲੱਕੜ ਦੀ ਫੱਟੀ ਦੇ ਉੱਤੇ ਉਸ ਨੂੰ ਕਲੇ ਦੇ ਨਾਲ, ਜਿਹਨੂੰ ਪੰਜਾਬੀ 'ਚ ਗਾਚੀ ਕਹਿੰਦੇ ਆ, ਉਸ ਦੇ ਨਾਲ ਉਹਨੂੰ ਇਸ ਤਰੀਕੇ ਨਾਲ ਲੇਪ ਚਾੜ ਦੇਣਾ, ਉਹਦੀ ਇੱਕ ਲੇਅਰ ਲਗਾ ਦੇਣੀ, ਤੇ ਉਹਨੂੰ ਸੁਕਾ ਲੈਣਾ। ਸੁਕਾ ਕੇ ਤੇ ਫਿਰ ਉਹਦੇ ਉੱਤੇ ਮੱਸੂ, ਕਾਲਖ, ਤੇ ਖਾਸ ਕਰਕੇ ਕਾਲਖ ਵੀ ਇਹ ਮੱਸੂ ਬਣਾਉਣੀ ਸ਼ਾਹੀ ਕਿਸੇ ਨੂੰ ਕਿੱਥੇ ਬਣਾਉਣੀ ਆਉਂਦੀ ਸੀ, ਬੜੀ ਮੁਸ਼ਕਿਲ ਦੇ ਨਾਲ। ਦੀਵਿਆਂ ਦੀ ਲੋਅ ਦੇ ਵਿੱਚੋਂ ਨਿਕਲਣ ਵਾਲੀ ਕਾਲਖ, ਉਸ ਨੂੰ ਸਪੈਸੀਫਿਕਲੀ ਘੋਲ ਕੇ ਤੇ ਘੜੀ ਹੋਈ ਲੱਕੜ ਦੀ ਕਾਨੇ ਆ ਬਹੁਤ ਜਿਹੜੇ ਬਰੀਕ ਆਸਾਨੀ ਨਾਲ ਘੜੇ ਜਾ ਸਕਦੇ, ਉਹਨਾਂ ਦੀ ਕਲਮ ਦੇ ਨਾਲ ਉਹਨੂੰ ਘੋਲ ਕੇ ਉਹ 'ਚ ਟੋਭਾ ਲਗਾ ਕੇ ਉਸ ਨੂੰ ਇਸ ਤਰੀਕੇ ਨਾਲ ਥੋੜ੍ਹੀ ਜਿਹੀ ਸ਼ਾਹੀ ਲਗਾ ਕੇ ਉਹਦੇ ਨਾਲ ਤਖਤੀ ਦੇ ਉੱਤੇ ਉਹ ਲੱਕੜ ਦੀ ਜਿਹੜੀ ਹੈ ਬਣੀ ਹੋਈ ਫੱਟਾ ਜਿਹੜਾ ਆ ਉਹਦੇ ਉੱਤੇ ਅੱਖਰ ਲਿਖਣੇ। ਇਹ ਇਸ ਤਰੀਕੇ ਨਾਲ ਹੁੰਦਾ। ਪਰ ਇਹ ਵੀ ਸੋਰਸ ਨਹੀਂ ਸੀ ਹੁੰਦੇ ਆਮ ਲੋਕਾਂ ਦੇ ਕੋਲ, ਕਿਉਂਕਿ ਉਹਦੇ ਲਈ ਸਮੂਥ ਫੱਟੀ ਦਾ ਹੋਣਾ ਬੜਾ ਜ਼ਰੂਰੀ ਹੈ, ਉਹਦੇ ਲਈ ਇਹ ਸਭ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਨੇ। ਫਿਰ ਕੀ ਕੀਤਾ ਗਿਆ ਕਿ ਕਲੇ, ਜ਼ਮੀਨ 'ਤੇ ਹੀ ਮਿੱਟੀ ਜਿਹੜੀ ਹੈਗੀ ਕਲੇ ਇਸ ਤਰੀਕੇ ਨਾਲ ਗਾਚੀ ਪਾ ਕੇ ਉਹਦੇ ਉੱਤੇ ਸੁਆਹ ਜਾਂ ਰੇਤ ਪਾ ਦੇਣੀ, ਰੀਠੇ ਹੱਥ 'ਚ ਫੜ ਕੇ ਰੀਠਿਆਂ ਦੇ ਨਾਲ ਅੱਖਰ ਲਿਖਣੇ। ਦਮਦਮਾ ਸਾਹਿਬ ਜਾਓ ਗੁਰੂ ਕੀ ਕਾਸ਼ੀ, ਹੁਣ ਤੇ ਖੈਰ ਉਹ ਸਾਰਾ ਸੰਗੇ ਮਰਮਰ ਲਗਾ ਕੇ ਗੁਰਦੁਆਰਾ ਸਾਹਿਬ ਬਣ ਗਿਆ। ਬੜੀ ਟ੍ਰੈਡੀਸ਼ਨਲ ਪ੍ਰੈਕਟਿਸ ਹੁੰਦੀ ਸੀਗੀ, ਜੋ ਮੈਨੂੰ
हिस्टोरीਅनस तो पढ़न का मौका बनया, सब पता लगा। वो कहते सी कि उत्थे कले हुंदी सी थल्ले, ते कले दे उत्ते सवाह या मिट्टी पई हुंदी सी, ते उहदे उत्ते फिर रीठे रखे हुंदे सी, रीठियां दे नाल लोकी अखर लिखदे सी, रीठियां दे नाल लोकी अखरां दी एक्सरसाइज करदे सी। ये गुरु अंगद साहब दे दौर च आया समा। इनलाइटमेंट जिहड़ी रोशनी, जिहड़ी रोशन दिमाग होना, ये कोई सुखाला काम नहीं गा। अनफॉर्चुनेटली अज तालीम बहुत है, पर ये तालीम मोस्टली सानू ट्रेंड करती है, ट्रेनिंग देती है, एजुकेट नहीं करती। देयर इज अ बिग डिफरेंस बिटवीन ट्रेनिंग एंड एजुकेशन। ट्रेनिंग मीन यू आर लर्निंग समथिंग टू गेट अ स्किल विच कैन हेल्प यू टू मेक योर अर्निंग हैंड स्ट्रॉन्ग. That's good. You can live your life in, actually you can say, in a good way after making a lot of money. But at the same time, if you don't know how to live in this world, मैं होर सरल करके बयान करा, क्योंकि समर्पण तो किसी न किसी चीज़ नूं करके जीवन जीयांगे ना। जे समर्पण सरमाए नूं है, एक लाइफ स्टाइल नूं है, या हो जी इंट्रैक्शन उस किस्म दी है, तो बंदा अल्टीमेटली किधर जाएगा। मेरी जो इत्थे आया, मैं काफ़ी समा मैं एक मास्टर यूनिवर्सिटी च बतीत किया टू स्टडी काउंसलिंग रिलेटेड लिटरेचर, एंड दैट टाइम व्हेन आई वाज getting admission in this program over there, and I was thinking, you know, ਜਿਹੜੇ ਲੋਕ addiction ਵਿੱਚ ਹੋਣਗੇ mostly ਬਹੁਤ ਗਰੀਬ ਲੋਕ ਹੋਣਗੇ, under poverty, people who are struggling in their lives, and those type of people will be there, because ਇਹਦੇ ਨਾਲ ਇਹੋ ਜਿਹੇ ਲੋਕ ਹੀ ਹੁੰਦੇ ਜਿਨ੍ਹਾਂ ਨੂੰ। ਪਰ ਕਮਾਲ ਇਹ ਹੋਈ, ਜਿਵੇਂ ਜਿਵੇਂ ਅਸੀਂ ਇਸ ਸਟੱਡੀ 'ਚ ਮਨੋਵਰ ਹੋਏ, ਇਨਵੋਲਵ ਹੋਏ, ਪਤਾ ਲੱਗਾ ਨਾ ਹਾਈਲੀ ਐਜੂਕੇਟਡ ਲੋਕ, professors, teachers, doctors, lawyers, business people, you can name it. Even खुद ਜਿਹੜੇ साइकैट्रिस्ट ਹੈਗੇ ਨੇ, साइकोलॉजिस्ट ਹੈਗੇ ਨੇ, काउंसलर्स ਹੈਗੇ ਨੇ, they are dealing with addiction. ਉਹਨਾਂ ਨੂੰ ਇਹ ਤੇ ਪਤਾ ਲੱਗ ਗਿਆ, ਸਕਿੱਲ ਤੇ ਲਰਨ ਕਰ ਲਈ, ਮਨੀ ਕਿਵੇਂ ਅਰਨ ਕਰਨੀ ਹੈ, ਪ੍ਰੋਫੈਸ਼ਨਲ ਕਿਵੇਂ ਬਣਨਾ ਹੈ, but they don't know how to live their lives. Dedication ਕਿਸੇ ਹੋਰ ਚੀਜ਼ ਨੂੰ ਹੋ ਗਿਆ। ਸੋ ਇਸ ਚੀਜ਼ ਨੂੰ ਸਮਝਦਿਆਂ ਹੋਇਆ ਗੁਰੂ ਅੰਗਦ ਸਾਹਿਬ ਭਾਈ ਲਹਿਣੇ ਦੇ ਰੂਪ ਵਿੱਚ ਕਮਾਲ ਦਾ ਜੀਵਨ ਹੈ ਉਹਨਾਂ ਦਾ। ਮਤਲਬ ਇੰਨੇ ਇਸ ਕੈਲੀਬਰ ਦੀ ਮਲਕੀਅਤ ਹੋਣੀ, ਤੇ ਫਿਰ ਇਹ ਵੀ ਨਹੀਂ, ਧਾਰਮਿਕ ਤੌਰ ਤੇ ਵੀ ਉਹ ਬੜੇ ਅਗਰਣੀ ਨੇ, ਬੜੇ ਕਹਿ ਲਓ ਐਕਟਿਵ ਹੈਗੇ ਨੇ। ਤੇ ਪਿੰਡ ਤੋਂ ਇੱਕ ਪੂਰਾ ਦਾ ਪੂਰਾ ਟੋਲਾ ਲੈ ਕੇ ਜਾ ਰਹੇ ਨੇ ਜਵਾਲਾ ਦੇਵੀ ਦੇ ਮੰਦਰਾਂ ਵਾਸਤੇ, ਤੇ ਰਾਵੀ ਦੇ ਕਿਨਾਰੇ ਉਹਨਾਂ ਨੂੰ ਠਹਿਰਾਇਆ, ਆਪ ਘੋੜੇ ਨੂੰ ਅੱਡੀ ਲਗਾਈ, ਸੋਚਿਆ ਜਾ ਕੇ ਗੁਰੂ ਨਾਨਕ ਸਾਹਿਬ ਬਾਰੇ ਬੜਾ ਸੁਣਿਆ, ਭਾਈ ਜੋਤ ਤੋਂ ਬਾਣੀ ਸੁਣੀ ਸੀ, ਬੀਬੀ ਸੱਤ ਵਿਰਾਈ ਨੇ ਕਿਹਾ ਸੀਗਾ ਲੈਣਿਆ ਇੱਕ ਵਾਰੀ ਗੁਰੂ ਨਾਨਕ ਨੂੰ ਜ਼ਰੂਰ ਮਿਲ ਗਿਆ, ਸੱਚੇ ਹੈ ਉਹਦੇ ਤੋਂ ਬਿਨਾਂ ਸ਼ਾਇਦ ਤੈਨੂੰ ਜੀਵਨ ਦਾ ਕਲਿਆਣ ਨਾ ਲੱਭ ਸਕੇ। ਆ ਗਏ। ਤੇ ਜੋ ਆਮ ਕਰਕੇ ਟ੍ਰੈਡੀਸ਼ਨਲ ਵੇ ਨਾਲ ਸੁਣਿਆ ਸੀਗਾ, ਧਾਰਮਿਕ ਬੰਦੇ ਕਿਵੇਂ ਦੇ ਹੁੰਦੇ ਨੇ, ਉਹ ਉਹਨਾਂ ਦੀ ਪੂਜਾ ਅਰਚਨਾ ਹੁੰਦੀ ਹੈ, ਉਹ ਬੜੇ ਵੱਡੇ ਆਸਨਾਂ 'ਤੇ ਬੈਠਦੇ ਨੇ, ਉਹ ਸਭ ਚੀਜ਼ਾਂ ਬੰਦੇ ਹੁੰਦਾ ਹੀ ਜ਼ਹਿਨ ਦੇ 'ਚ। ਅਤੇ ਨਵਾਂ ਨਗਰ ਵਸਿਆ ਕਰਤਾਰਪੁਰ, ਬਹੁਤਾ ਕਿਸੇ ਨੂੰ ਵਾਕਫੀਅਤ ਵੀ ਨਹੀਂ ਹੈਗੀ, ਅਤੇ ਘੋੜੀ ਦੌੜਾਈ ਲੱਗੇ ਹੁੰਦੇ ਨੇ, ਅਤੇ ਰਾਹੀ ਮਿਲਦਾ ਹੈ, ਉਹ ਰਾਹੀ ਨੇ ਸਿਰ 'ਤੇ ਘਾਹ ਦੀ ਪੰਡ ਚੁੱਕੀ ਹੈ, ਅਤੇ ਉਸ ਰਾਹੀ ਨੂੰ ਪੁੱਛਦੇ ਨੇ ਕਿ ਮੈਂ ਕਰਤਾਰਪੁਰ ਜਾਣਾ ਆ। ਤੇ ਹੁਣ ਕਰਤਾਰਪੁਰ ਜਾਣਾ ਆ, ਤੇ ਕਰਤਾਰਪੁਰ ਦਾ ਮਤਲਬ ਸਮਝੋ ਕਿ ਕਰਤਾਰ ਦੀ ਪੁਰੀ। ਤੇ ਰਾਹੀ ਪੁੱਛਦਾ ਵੀ ਕਰਤਾਰਪੁਰ ਜਾਣਾ ਆ, ਅੱਛਾ ਕੀ ਗੱਲ ਹੈ, ਕੀ ਕੰਮ ਹੈ ਕਰਤਾਰਪੁਰ? ਕਹਿਣ ਲੱਗਾ ਜੀ ਨਾਨਕ ਸਾਹਿਬ ਨੂੰ ਮਿਲਣਾ। ਅੱਛਾ ਕੋਈ ਨਾ ਜੀ, ਤੁਹਾਡੀ ਇੱਛਾ ਪੂਰੀ ਕਰ ਦਿੰਦੇ, ਇਹ 'ਚ ਕਿਹੜੀ ਗੱਲ ਹੈ, ਆ ਜਾਓ, ਮੈਂ ਉੱਧਰ ਹੀ ਜਾ ਰਿਹਾ ਵਾਂ, ਲੈ ਚੱਲਦਾ ਤੁਹਾਨੂੰ। ਘੋੜੇ ਦੀ ਲਗਾਮ ਫੜ ਲਈ ਕਾਈਏ ਨੇ, ਜਿਹਨੇ ਘਾਹ ਦੀ ਪੰਡ ਚੱਕੀ ਹੈ, ਰਾਹੀ ਨੇ, ਤੇ ਤੁਰਿਆ ਜਾਂਦਾ। ਆਪ ਗੱਲਾਂ ਕਰਦੇ ਹੋਏ ਭਾਈ ਲਹਿਣਾ ਜੀ ਆਲ ਦ ਵੇ ਕਰਤਾਰਪੁਰ ਪਹੁੰਚ ਗਏ। ਜਾ ਕੇ ਉਸ ਘਾਹ ਦੀ ਪੰਡ ਚੁੱਕੇ ਹੋਏ ਰਾਹੀ ਨੇ ਕਿਹਾ ਵੀ ਇੱਥੇ ਘੋੜਾ ਬੰਨ੍ਹ ਦਿਓ। ਉਹਨਾਂ ਨੇ ਬੰਨ੍ਹਤਾ। ਆਪ ਘਾਹ ਦੀ ਪੰਡ ਥੱਲੇ ਸੱਟੀ, ਆਪਣੇ ਕੁਝ ਬਸਤਰ ਝਾੜੇ, ਘਾਹ ਦੀ ਪੰਡ ਖੋਲੀ, ਵਿੱਚੋਂ ਕੁਝ ਘਾਹ ਚੱਕਿਆ, ਜਾ ਕੇ ਘੋੜੇ ਨੂੰ ਪਾ ਦਿੱਤਾ, ਮੰਜਾ ਖਿੱਚ ਕੇ ਲਿਆਂਦਾ, ਲਓ ਜੀ ਬੈਠੋ, ਜੀ ਆਇਆਂ ਨੂੰ। ਕਹਿਣ ਲੱਗਾ ਜੀ ਸ਼ੁਕਰੀਆ ਭਾਈ ਲਹਿਣਾ ਜੀ, ਕਹਿੰਦੇ ਤੁਹਾਡਾ ਧੰਨਵਾਦ ਤੁਹਾਡੀ ਮਹਿਮਾਨ ਨਵਾਜ਼ੀ ਵਾਸਤੇ, ਪਰ ਅਸਲ 'ਚ ਮੇਰੇ ਕੋਲ ਇੰਨਾ ਜ਼ਿਆਦਾ ਸਮਾਂ ਨਹੀਂਗਾ, ਮੈਂ ਇੱਥੇ ਗੁਰੂ ਨਾਨਕ ਜੀ ਨੂੰ ਮਿਲਣਾ ਆ।
तो बाबा नानक जी कहते जी असीं तुहानूं जी आया कहने आ, खैर मकदम करते हैं, दसो की सेवा करिए तुहाडी। ओ हो जिंदगी इन्नी भी सरल ते इन्नी भरी हुई हो सकती है। ये शख्स है वो जिसनों मिलने वास्ते इन्नी खाश सीगी। भाई जोध ने स्तुति की सी। जे वो शख्सियत आ जिदे तक बीबी सतवराई ने पहुंचाया सीगा, फिर ये कोलों तो बहुत कुछ सीखना पेगा। तो जे सीखना है तो फिर तो समा नहीं वेस्ट करना चाहिए। ना 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 ना, आई डोंट वांट टू वेस्ट ए सिंगल मिनट इन माई लाइफ। नाउ दिस इज द टाइम। ये है उस समर्पण का भाव। महाराज नूं कहन लगे तुसी गुरु नानक साहब नूं ये की कीता, दसना तो सीगा। मैं घट तो घट घोड़े तो थले उतरदा। तो बाबा नानक जी हस के कहन लगे तुहाडा नाम बड़ा वधिया है, लहणा। भाई जिन्हां ने लहणा होए घोड़ियां ते चढ़ के आउंदे ने, मालक हुंदे ने। ये इंपावरमेंट आ। वडियाई दो तरह की होंदी। एक वडियाई होंदी है किसी तो कुछ गौं कढ़न वास्ते किसी की तारीफ करनी, चापलूसी कहने उसनूं। एक वडियाई होंदी है किसी नूं सरकास्टिक वे दे नाल वडियाई करते हुए नीवा विखाउणा। एक वडियाई होंदी है ज़ाहरा तौर पर किसी नूं वड्डियां करन वास्ते प्रेरणा, तू बहुत वड्डा है, तू वड्डा बन सकदा है। अज संसार समाज दे विच ना जिहड़ी जिन्हों असीं ऑप्टिमिस्टिक होना कहने, ऑप्टिमिज्म जिहड़ा आ, ये कोई वर्ड्स का ना नहीं हैगा, ना ही कोई ये है कि कोई एक खास किस्म के नाल दी कोई परिभाषा आ। ये तो साडे अंदर दा एक इमोशन आ जो असी इमोशनली अपने अंदर फील करन लग जाइए तो ऑप्टिमिस्टिक लैवल ते असीं आप ही आ जाने, किसी नूं भी लै आउने। ये शब्दां दा मोहताज नहीं हुंदा। किसी दियां अखां च अखां पा के एक मैसेज जिहड़ा आ वो इनफ्यूल कर देना, दस देना तू की है। भाई लहणा जी नूं गुरु नानक साहब ने विखाया तुसीं की हो। तो भाई लहणा जी ने कहा सच है, जे ये गुरु नानक पारस है तो ये मैनू एक अलाही धात के तौर पर देखता आ, then definitely I will dedicate myself toward this पारस। आ रूप आया तो पारस ने कला विखाई, तो कला भी ऐसी विखाई लहणा लहणा ना रह गया, पारस का अंग हो गया। ये जिहड़ा बचन आया है गुरु अंगद साहब बिल्कुल इसे ही मैसेज नूं लफ्जां दे विच जिहड़ा हैगा उहनूं चौखबंद करते हैं तो बयान ये करते हैं। किस ही कोई कोए मंझ निमाणी एक तू, किसी का सहारा कोई होएगा, किसी का सहारा कोई होएगा, किसी तो कोई इंस्पिरेशन होएगी, कोई किसी वास्ते डेडिकेट होएगा, पर मैं मालिक तेनों डेडिकेटेड। मेरा जीवन उस सच नूं है जिन्हों सचियार करने वास्ते गुरु नानक साहब ने तोरिया सीगा कि आप इस राह दे। इस करके मैं पूरी तरह गुरु के स्कूल ऑफ थॉट में समर्पित हैं। किसी ही कोई कोई मंझ निमाणी, मंझ मीन मी माई सैल्फ, निमाणी जिदा कोई आसरा नहीं गा एक तू, क्यों ना मरीजा रोए जां लग चित ना आवही। क्यों ना मरीजा रोए, किसी चीज़ को प्राप्त करने वास्ते बहुत ज़्यादा बेबलता आ जानी तो बंदा कई बारी सपोज कोई बंदा कहता है वो मैं तो फलां चीज़ लभ रहा मैनू चाहिए है, तो बंदा कहता तू एवें रोई जाना इस चीज़ वास्ते, लोड़ ही नहीं है। रोण का मतलब जानो इत्थे कि when someone is seeking something very badly and having some sort of craving, that is kind of thing। ये है वो रुदन। क्या क्यों ना मरीजा रोए, ये बच्चा आ, बच्चे को कोई चीज़ चाहिए हो तुसीं उहनूं ना दिओ, वो फिर नैगिंग ते आ जाता, रोन लग जाता। वो कई बार कहते रो रो के मर जाना, इनू दिओ। ये है रो के मर जाना भी ये तो बिना गुजर ही कोई नहीं। जो इन्नी समर्पणता हो जाए फिर वो दाता भी तरस करता है। ये करतार दी एक मदर नेचर का लाभ ही है। जिन्हें तुसी अपने अंदर किसी चीज़ की थां बनाओगे, प्रिपेयर करोगे अपने आप को, मदर नेचर उन्ना दे देगी, तुहानूं नवाज देगी। जे आपां ये कहिए कि सामनों कोई स्पिरिचुअल साइड तो भी कुछ चाहिए आ तो थोड़ा मदर नेचर साडे तो दूर रखेगी ना। वो जर्रे जर्रे जरखेज है, सब गोबिंद है, सब गोबिंद है। वो गोबिंद भी साडी सुरत च आ सकता है।
गुरु अंगद साहब बयान करते, क्यों ना मरीजा रोए जां लग चित ना आवही। ਜਦੋਂ तक चित उत्थे नहीं पहुँचता, मोस्टली चित दे जिस चीज़ ने कब्जा किया है, जिहड़ी चीज़ ऑकूपाई करके बैठी साडे चित नूं, वो हैगा आ ईर्खा ते तृष्णा, jealous and unlimited craving of this world. These two type of, you can say, tendencies, they are occupying our whole psyche space. उस चीज़ ਨੂੰ ਬੰਦਾ ਵਾਰ-ਵਾਰ ਰੈਪੀਟੇਸ਼ਨ ਕਰੀ ਜਾਂਦਾ, ਰਿਪੀਟ ਕਰੀ ਜਾਂਦਾ ਹੈ। ਇੱਥੇ ਹੈ ਜਾਣ ਲੱਗ ਚਿਤ ਨਾ ਆਵ, ਜਦ ਤੱਕ ਚਿਤਵਣੀ ਉੱਥੇ ਨਹੀਂ ਪਹੁੰਚਦੀ, ਜਿੱਥੇ ਜਾ ਕੇ ਅੱਖਾਂ ਖੁੱਲੀਆਂ ਨੇ ਤਾਂ ਯਾਦ ਆ ਰਿਹਾ, ਅੱਖਾਂ ਬੰਦ ਹੋ ਰਹੀਆਂ ਨੇ ਤਾਂ ਯਾਦ ਆ ਰਿਹਾ, ਜੀਵਨ ਸਮਰਪਣ ਹੋ ਗਿਆ ਇਸ ਪਾਸੇ ਨੂੰ। ਇਹ ਜੀਵਨ ਦੀ ਐਕਚੁਅਲ ਲੈਵਲ ਤੇ ਪ੍ਰਾਪਤੀ ਇਹ ਹੈ, ਬਾਣੀ ਇਹ ਕਹਿ ਰਹੀ ਹੈ। ਫਿਰ ਸਾਡੀ ਸੁਰਤ ਜਿਹੜੀ ਉਹ ਡਿਵਾਈਨ ਤੱਕ ਪਹੁੰਚ ਜਾਂਦੀ ਹੈ। ਇਹ ਮਹਾਰਾਜ ਬਿਆਨ ਕਰਦੇ। ਮਹਲਾ ਦੂਜਾ ਗੁਰੂ ਅੰਗਦ ਸਾਹਿਬ ਦੇ ਦੂਸਰਾ ਸ਼ਲੋਕ ਹੈ, ਜਾਂ ਸੁਖ ਤਾਂ ਸ਼ਹੁਰਾਵਿਓ ਦੁੱਖ ਵੀ ਸੰਭਾਲਿਓ। ਜਾਂ ਸੁਖ ਤਾਂ ਸ਼ਹੁਰਾਵਿਓ, ਸੁਖ ਦੀ ਅਵਸਥਾ ਦੇ ਵਿੱਚ ਬੰਦਾ ਪੈਰ ਛੱਡ ਜਾਂਦਾ ਹੈ ਮੋਸਟਲੀ। ਆਪ ਦੇਖੋਗੇ ਜਿੰਨਾ ਸ਼ੋਅ ਆਫ ਕਰਨ ਦੀ ਬਿਰਤੀ ਹੈ, ਵਿਖਾਵਾ ਕਰਨ ਦੀ ਬਿਰਤੀ ਹੈ, ਈਵਨ ਵਕਾਰ ਭੋਗਣ ਦੀ, ਨਸ਼ੇ ਪੀਣ ਦੀ, ਸਭ ਚੀਜ਼ਾਂ ਦੀ, ਮੋਸਟਲੀ ਸੁਖ ਦੇ ਸਮੇਂ 'ਚ ਬੰਦਾ ਇਸ ਚੀਜ਼ਾਂ ਨੂੰ ਪ੍ਰਾਪਤ ਕਰਦਾ ਹੈ। ਈਵਨ ਇਸ ਨੂੰ ਇੱਕ ਫਨ ਦੇ ਤੌਰ 'ਤੇ ਵੇਖ ਕੇ ਤੇ ਇਸ ਨੂੰ ਰਿਵਾਰਡ ਵੀ ਮੰਨਿਆ ਗਿਆ ਵੀ ਖੁਸ਼ੀ ਆਈ ਹੈ ਤੇ ਹੁਣ ਆਈ ਡਿਜ਼ਰਵ ਫॉर ਦਿਸ ਰਿਵਾਰਡ, ਸੋ ਆਈ ਵਿਲ ਟੇਕ ਇਟ। ਇਹਦੇ 'ਚ ਖੁਸ਼ੀ ਕਾਹਦੀ ਹੈ, ਸੁਖ ਕਾਹਦਾ ਆਇਆ, ਇਹਦਾ ਵੀ ਕੋਈ ਪਤਾ ਨਹੀਂ, ਕਿਉਂਕਿ ਦੇਖਾ ਦੇਖੀ ਸਭ ਕਰੇ। ਬੰਦੇ ਨੂੰ ਅਹਿਸਾਸ ਹੀ ਨਹੀਂ ਕਿ ਜੇ ਸੁਖ ਆ, ਜੇ ਮੈਨੂੰ ਕੋਈ ਕੰਫਰਟ ਮਿਲਿਆ ਆ, ਜੇ ਕੋਈ ਮੈਨੂੰ ਸੁਵਿਧਾ ਮਿਲੀ ਹੈ, ਜੇ ਕੋਈ ਮੈਨੂੰ ਲੱਗਦਾ ਆ ਕਿ ਮੈਂ ਕੁਝ ਅਚੀਵ ਕਰ ਲਿਆ ਆ, ਤੇ ਫਿਰ ਇਸ ਸਾਰੇ ਦੇ ਵਿੱਚ ਆ ਵਿਖਾਵਾ, ਸ਼ੋਅ ਆਫ ਤੇ ਇਹ ਚੀਜ਼ਾਂ ਕਿਉਂ ਆ ਗਈਆਂ? ਪਰ ਕਿਉਂਕਿ ਜੀਵਨ ਇਹੋ ਜਿਹਾ ਬਣ ਗਿਆ, ਉਸ ਦੇ ਨੂੰ ਉਹਨੂੰ ਕਦੀ ਕੁਐਸਚਨ ਵੀ ਨਹੀਂ ਕੀਤਾ, ਨਾ ਆਪ ਕੀਤਾ ਨਾ ਕਿਸੇ ਨੇ ਕੀਤਾ, ਜਸਟ ਉਹ ਚੀਜ਼ਾਂ ਚੱਲੀ ਗਈਆਂ ਉਸ ਰੂਪ ਦੇ ਵਿੱਚ। ਮੇਰਾ ਇੱਕ ਬੱਚਾ ਇੱਥੇ ਸਟੂਡੈਂਟ UK ਦੇ ਵਿੱਚ, ਤੇ ਉਹ ਕਹਿੰਦਾ ਹੈ ਕਿ ਖੈਰ ਉਹ ਕੁਦਰਤੀ ਤੌਰ 'ਤੇ ਕੁਛ ਚੀਜ਼ਾਂ ਅੰਦਰ ਹੁੰਦੀਆਂ ਨੇ, ਕੋਈ ਪੁਰਬਲਾ ਸੰਸਕਾਰ ਅੰਦਰ ਫੁੱਟ ਜਾਂਦਾ ਕਈ ਵਾਰੀ। ਤੇ ਉਹ ਕਿੰਗ ਕਾਲਜ ਪੜ੍ਹਦਾ ਸੀਗਾ, ਤੇ ਉੱਥੇ ਉਹਦਾ ਵੱਡਾ ਇੱਕ ਫਰੈਂਡ ਸਰਕਲ ਆ, ਸਾਰੇ ਮੋਸਟਲੀ ਗੋਰੇ ਨੇ, ਤੇ ਦੇ ਆਰ ਆਲ ਵੇਟਿੰਗ ਫॉर ਵੀਕਐਂਡ ਫॉर what? To have some sort of beers and drinks, and when they come back Monday or sometime Tuesday, they always talk, oh my gosh, it was very bad weekend, I was throwing up, I was got involved in some sort of fight, I was got involved in some sort of accident and all that. And he usually discuss all these things with me, and I say, Virji, I'm not able to understand. If they know that they are having trouble after doing these sort of activities, why aren't they stopping themselves? Because they don't have self-control. ਉਹ ਮੈਨੂੰ ਕਹਿੰਦਾ, okay ਵੀਰ ਜੀ, then we should help them so that they can control it. ਮੈਂ ਕਿਹਾ it's not in our actually hand. ਇਹ ਵੀ ਹੈ ਕਿਉਂਕਿ ਇੱਕ ਐਸੀ ਸਿੱਖਿਆ ਹੈ ਸਮਾਜ ਵਿੱਚ, ਇੱਕ ਇਹੋ ਜਿਹਾ ਖਿਆਲ ਹੈ ਸਮਾਜ ਵਿੱਚ ਕਿ ਇਹੀ ਸੁੱਖ ਆ। ਬਲਕਿ ਜਦੋਂ ਸੁੱਖ ਹੋਏ, ਜਦੋਂ ਬੰਦੇ ਨੂੰ ਲੱਗੇ ਕਿ ਓਕੇ ਮੈਨੂੰ ਜੋ ਜਿਸ ਪਾਸੇ ਮੈਂ ਐਫਰਟ ਪਾਉਣਾ, ਐਨਰਜੀ ਪਾਉਣਾ ਆ, ਜਿਹੋ ਜਿਹੇ ਮੈਂ ਰਿਜ਼ਲਟਸ ਐਕਸਪੈਕਟੇਸ਼ਨਸ ਕਰ ਰਿਹਾ ਸੀਗਾ ਉਹ ਮੀਟ ਹੋ ਰਹੀਆਂ, ਦੈਟਸ ਗੁੱਡ, ਦੈਟ ਗਿਵਸ ਅਸ ਸਮ ਸੋਰਟ ਆਫ ਯੂ ਕੈਨ ਸੇ ਕੰਫਰਟ ਐਂਡ ਇਟ ਗਿਵਸ ਅਸ ਹਾਇਰ ਕੌਨਫੀਡੈਂਸ। ਬਾਬਾ ਜੀ ਕਹਿੰਦੇ ਇਹਦੇ 'ਚ ਸਾਨੂੰ ਬਲਕਿ ਜ਼ਿਆਦਾ ਗ੍ਰੇਟਫੁਲ ਹੋਣਾ ਚਾਹੀਦਾ, ਗ੍ਰੈਟੀਟਿਊਡ ਸ਼ੋਅ ਕਰਨਾ ਚਾਹੀਦਾ ਟੂਵਰਡ ਹੋਮ, toward whoever is helping us, and especially ਵਾਹਿਗੁਰੂ ਜੀ। ਇਹਦੀ ਬਾਤ ਹੋ ਰਹੀ, ਜਾਂ ਸੁਖ ਤਾਂ ਸ਼ਹੁਰ ਆਵਿਓ ਦੁੱਖ ਵੀ ਸੰਭਾਲਿਓ। ਤੇ ਜਦੋਂ ਬੰਦੇ ਨੂੰ ਕਿਤੇ ਜਿਹੋ ਜਿਹੀ ਐਕਸਪੈਕਟੇਸ਼ਨ ਨੂੰ ਮੀਟ ਨਾ ਕਰਨ ਚੀਜ਼ਾਂ ਦੇ ਵਿੱਚ, ਦੁੱਖ ਇੰਨਾ ਹੀ ਹੁੰਦਾ ਸਾਨੂੰ, ਅਸੀਂ ਕਹਿੰਦੇ ਮੈਂ ਦੁਖੀ ਹਾਂ ਜੀ, ਕਿਸ ਗੱਲ ਤੋਂ?
I was thinking I will get these type of results, but I'm not getting it. Though due to that reason, I'm not feeling happy. Okay. So ਇਹਦਾ ਮਤਲਬ ਇਹ ਹੈ ਕਿ ਕੁਝ ਖਾਸ਼ਾਂ ਦੀ ਪੂਰਤੀ ਨਾ ਹੋਣਾ ਦੁੱਖ ਦੇ ਰਿਹਾ। ਤੇ ਸਭ ਕਹਿੰਦੇ ਸੰਭਾਲਿਓ, ਬਲਕਿ ਉਦੋਂ ਦੀ ਜ਼ਿਆਦਾ ਸੰਭਾਲ ਕਰੋ ਜਿਹੜਾ ਹਾਇਰ ਥਾਟ ਹੈ, ਜਿਹੜਾ ਤੁਹਾਨੂੰ ਤੁਹਾਡੀ એનર્ਜੀ ਨੂੰ ਡਿਲਿਊਟ ਹੋਣ ਤੋਂ, ਡਾਇਵਰਟ ਹੋਣ ਤੋਂ, ਗਲਤ ਪਾਸੇ ਜਿਹੜਾ ਹੈਗਾ ਡਾਇਰੈਕਟ ਹੋਣ ਤੋਂ ਬਚਾ ਰਿਹਾ ਆ, ਡਿਸਟਰੈਕਟ ਹੋਣ ਤੋਂ ਬਚਾ ਰਿਹਾ ਆ। ਉਸ ਥਾਟ ਨੂੰ ਬਲਕਿ ਹੋਰ ਕੁੱਟ ਕੇ ਫੜ ਦਿਓ। ਸੋ ਦੀ ਬਾਤ ਕੀਤੀ, ਦੁੱਖ ਵੀ ਸੰਭਾਲ ਲਿਓ। ਨਾਨਕ ਕਹੇ ਸਿਆਣੀਆਂ ਇਉਂ ਕੰਤ ਮਿਲਾਵਾ ਹੋਏ। ਨਾਨਕ ਇਹ ਕਹਿ ਰਿਹਾ ਹੈ ਸਿਆਣੀਏ, ਸਿਆਣੀਏ ਮਨੁੱਖ ਆਪਣੇ ਆਪ ਨੂੰ ਮਨੁੱਖ ਦੀ ਸੁਰਤ ਤੇ ਕਹਿੰਦੀ ਹੈ ਵੀ ਯੂ ਨੋ ਐਜ਼ ਯੂ ਆਰ ਇੰਟੈਲੀਜੈਂਟ no one is near to you. Comparatively, you are the best. ਇਹ ਜਿਹੜੀ ਇੱਥੋਂ ਈਗੋ ਬੂਸਟ ਹੁੰਦੀ ਸਾਡੀ ਐਕਚੁਅਲੀ। ਜੇ ਅਸੀਂ ਨਾ ਸੋਚੀਏ ਤਾਂ ਅਸੀਂ ਜੀਵਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਹਾਂ ਕਰ ਵੀ ਨਹੀਂ ਪਾਵਾਂਗੇ, ਕਿਉਂਕਿ ਸਾਨੂੰ ਇਹ ਲੱਗਦਾ ਵੀ ਮੈਂ ਹੀ ਆ ਬਸ, ਇਹ ਸਭ ਮੈਂ ਆਪਣੇ ਤਰੀਕੇ ਨਾਲ ਕਰ ਰਿਹਾ, ਬੈਸਟ ਆ, ਕੋਈ ਹੋਰ ਇਸ ਢੰਗ ਨਾਲ ਨਹੀਂ ਕਰ ਸਕਦਾ ਜਿਵੇਂ ਮੈਂ ਕਰ ਰਿਹਾ। ਸੋ ਸਾਹਿਬ ਨੇ ਬਿਆਨ ਕੀਤਾ ਕਿ ਹੇ ਸਿਆਣੀਏ, ਹੇ ਆਪਣੇ ਆਪ ਨੂੰ ਇਹਨੇ ਸਿਆਣਾ ਸਮਝਣ ਵਾਲਿਆ, ਆ ਜਿਹੜੀ ਗੱਲ ਤੈਨੂੰ ਦੱਸੀ ਗਈ ਇਉਂ ਕੰਤ ਮਿਲਾਵਾ ਹੋਏ। ਆਹ ਤਰੀਕਾ ਆ ਆਪਣੇ ਆਪ ਨੂੰ ਉਸ ਹਾਇਰ ਲੈਵਲ ਤੇ ਲਿਜਾਣ ਦਾ। ਅੱਗੇ ਪੌੜੀ ਹੈ, ਹਉ ਕਿਆ ਸਾਲਾਂ ਹੀ ਕਿਰਮਜੰਤ ਵੱਡੀ ਤੇਰੀ ਵਡਿਆਈ। ਗੁਰੂ ਅੰਗਦ ਸਾਹਿਬ ਬਿਆਨ ਕਰਦੇ, ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਕਿ ਸੱਚਾਈ ਇਹ ਹੈ ਕਿ ਤੇਰੀਆਂ ਵਡਿਆਈਆਂ ਤੇ ਬਹੁਤ ਨੇ, ਤੇ ਮੈਂ ਉਹਨਾਂ ਵਡਿਆਈਆਂ ਸਾਹਮਣੇ ਕਿਰਮ, ਕੀੜਾ ਆ ਛੋਟਾ ਜਿਹਾ, ਆਮ ਨਥਿੰਗ। ਭਾਵ ਇਹ ਕਿ ਉਸ ਪਰਿਪੂਰਨ ਨੂੰ ਯਾਦ ਕਰਦਿਆਂ ਹੋਇਆਂ, ਜਿਹਦੀ ਐਗਜ਼ਿਸਟੈਂਸ ਹੈ, ਜਿਹੜਾ ਸੱਤ ਹੈ, ਜਿਹੜਾ ਸਤਨਾਮ ਆ, ਉਸ ਅਹਿਸਾਸ ਨੂੰ ਯਾਦ ਕਰਦਿਆਂ ਹੋਇਆਂ ਆਪਣੀ ਹੋਂਦ ਨੂੰ ਸਹੀ ਰੂਪ ਵਿੱਚ ਇਹ ਰਿਅਲਾਈਜ਼ ਕਰਾਉਣਾ ਕਿ ਆਮ ਨਥਿੰਗ। ਜੇ ਮੈਂ ਉਹਦੇ ਨਾਲ ਨਹੀਂ ਜੁੜ ਰਿਹਾ, ਮੇਰੀ ਹੋਂਦ ਹੀ ਕੁਛ ਨਹੀਂ, ਉਹਦੇ ਕਰਕੇ ਹੋਂਦ ਹੈ। ਕਿਉਂਕਿ ਹਉ ਕਿਆ ਸਾਲਾਂ ਹੀ ਕਿਰਮਜੰਤ ਵੱਡੀ ਤੇਰੀ ਵਡਿਆਈ, ਤੂੰ ਅਗੰਮ ਦਇਆਲ ਅਗੰਮ ਹੈ ਆਪ ਲਹਿ ਮਿਲਾਈ। ਬਾਕੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਤੂੰ, ਅਗੰਮ ਦਇਆਲ ਤਰਸ ਦਾ ਘਰ ਆ, ਤੇ ਜੇ ਤੂੰ ਚਾਹੇ ਤੇ ਆਪ ਲਹਿ ਮਿਲਾਈ, ਜਿਹਨੂੰ ਤੂੰ ਮਿਲਾਣਾ ਚਾਹੇ ਆਪਣੇ ਆਗੋਸ਼ ਚ ਆਪ ਲੈ ਲੈਣਾ ਆ ਤੂੰ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ, ਹੈ ਮਾਹੇ ਮਾਲਕ ਹੈ ਪਰਿਪੂਰਨ, ਮੇਰਾ ਤੇਰੇ ਤੋਂ ਬਿਨਾਂ ਸਾਥੀ ਕੋਈ ਨਹੀਂਗਾ। ਕਿਉਂ ਕਿਸੇ ਹੀ ਕੋਈ ਇੱਥੋਂ ਗੱਲ ਸ਼ੁਰੂ ਹੋਈ ਸੀ ਨਾ, ਮੇਰਾ ਸਮਰਪਣ ਤੈਨੂੰ ਹੀ ਹੈ। ਤੇ ਇੱਥੇ ਸਮਰਪਣ ਬੇਲੀ ਹੋਣ ਦਾ ਮਤਲਬ ਕੋਈ ਫਿਜ਼ੀਕਲ ਫਾਰਮ ਨਹੀਂ ਗੀ, ਸਕੂਲ ਆਫ ਥਾਟ ਆ, ਐਜ਼ ਆਈ ਅੰਡਰਸਟੈਂਡ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ, ਤੇ ਫਿਰ ਉਹ ਸਕੂਲ ਆਫ ਥਾਟ ਅੰਤ ਸਖਾ ਬਣਦਾ ਸਾਡੀ ਸੁਰਤ ਦਾ, ਸਾਡੇ ਜੀਵਨ ਦੇ ਵਿੱਚ ਉਹ ਹਾਇਰ ਲੈਵਲ ਦੀ ਜਿਹੜੀ ਹੈ ਇੱਕ ਆਈਡੀਓਲੋਜੀ ਬਿਲਡ ਕਰ ਦਿੰਦਾ, ਜਿਹੜੀ ਕਿ ਜੀਵਨ ਭਰ ਨਾਲ ਚੱਲਦੀ। ਫਿਰ ਇਸ ਜਦੋਂ ਵਿਦਾ ਵੀ ਹੁੰਦਾ ਉਦੋਂ ਵੀ ਅਸੀਂ ਕਿਸੇ ਥਾਟ ਨਾਲ ਹੀ ਵਿਦਾ ਹੁੰਦੇ ਇੱਥੋਂ। ਜੋ ਤੇਰੀ ਸ਼ਰਨਾਗਤੀ ਤਿਨ ਲੈ ਛਡਾਈ, ਜੋ ਤੇਰੀ ਸ਼ਰਨ ਆ ਜਾਂਦੇ ਉਹਨਾਂ ਤੋਂ ਛੁਟਕਾਰਾ ਕਰ ਦਿੰਦਾ ਆ। ਨਾਨਕ ਵੇ ਪ੍ਰਵਾਹ ਹੈ ਤਿਸ ਦਿਲ ਨਾ ਤਮਾਈ। ਬਾਕੀ ਹੈ ਨਾਨਕ ਹੈ ਉਹ ਵੇ ਪ੍ਰਵਾਹ ਆ, ਉਹਨੂੰ ਕੋਈ ਤਮਾ ਨਹੀਂ ਕਿਸੇ ਦੀ, ਉਸ ਨੂੰ ਕੋਈ ਮੰਨੇ ਨਾ ਮੰਨੇ, ਕਰਤਾਰ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਜ਼ਰੂਰ ਹੈ ਕਿ ਅਸੀਂ ਮੰਨਾਂਗੇ ਸਾਡੇ ਜੀਵਨ ਦਾ ਕਲਿਆਣ ਹੋਏਗਾ। ਮੰਗਰ ਮਾਹੇ ਸੌਂਦੀਆਂ ਪ੍ਰਸੰਗ ਬੈਠਣੀਆਂ, ਇਹਦੀ ਬਾਤ ਅਸੀਂ ਸ਼ਾਮ ਦੇ ਦੀਵਾਨ ਵਿੱਚ ਕਰਾਂਗੇ। ਹੁਣ ਵਾਸਤੇ ਇੱਥੇ ਹੀ ਜਿਹੜਾ ਹੈਗਾ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰ ਰਹੀਆਂ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।